ਪਹਿਲਾਂ ਪੰਚਾਇਤਾਂ ਭੰਗ ਕੀਤੀਆਂ ਜਾਂਦੀਆਂ ਨੇ। ਅੱਜ ਹਾਈ ਕੋਰਟ ਦੇ ਵਿੱਚ ਕਹਿ ਦਿੱਤਾ ਜਾਂਦਾ ਕਿ ਅਸੀਂ ਉਹ ਵਾਪਸ ਲੈ ਲਿਆ ਫੈਸਲਾ। ਜਲਦੀ ਇਸ ਬਾਰੇ ਨੋਟੀਫਿਕੇਸ਼ਨ ਵੀ ਜਾਰੀ ਹੋ ਜੂ। ਕੀ ਸਮਝਦੇ ਹੋ ਕਿ ਇੱਥੇ ਸਰਕਾਰ ਦੀ ਕਿਰਕਰੀ ਨਹੀਂ ਹੁੰਦੀ? ਤੇ ਜੇ ਮੈਂ ਪੋਲੀਟੀਕਲੀ ਥੋੜਾ ਜਿਹਾ ਇਸ ਚੀਜ਼ ਨੂੰ ਦੇਖਾਂ, ਕੋਈ ਦੂਜੀਆਂ ਪਾਰਟੀਆਂ ਤਾਂ ਪਹਿਲਾਂ ਹੀ ਕਹਿ ਰਹੀਆਂ ਸੀਗੀਆਂ ਵੀ ਸਰਕਾਰ ਬਾਬੂਸ਼ਾਹੀ ਚਲਾ ਰਹੇ ਆ। ਸਰਕਾਰ ਨੇ ਖੁਦ ਹੀ ਮੋਹਰ ਲਾਤੀ ਆ 2 ਜਣਿਆਂ ਨੂੰ ਸਸਪੈਂਡ ਕਰਕੇ। ਜਿਹੜਾ ਪਹਿਲਾਂ ਨੋਟੀਫਿਕੇਸ਼ਨ ਸਰਕਾਰ ਵੱਲੋਂ ਸਰਕਾਰ ਦੇ ਨਾਮ ਤੇ ਕੱਢਿਆ ਗਿਆ ਸੀਗਾ, ਅਸਲ 'ਚ 2 IAS ਆਫੀਸਰਸ ਨੇ, ਚੀਫ ਸੈਕਟਰੀ ਨੇ ਤੇ ਆਈ ਥਿੰਕ ਡਾਇਰੈਕਟਰ ਨੇ ਕੱਢਿਆ ਸੀਗਾ। ਤੁਹਾਨੂੰ ਲੱਗਦਾ ਡਾਕਟਰ ਸਾਹਿਬ ਐਡਾ ਵੱਡਾ ਫੈਸਲਾ ਬਿਨਾਂ ਸਰਕਾਰ ਦੀ ਇੰਟਰਵੈਨ ਜਾਂ ਉਹਦੀ ਮਨਜ਼ੂਰੀ ਦੇ ਬਿਨਾਂ ਹੋ ਗਿਆ ਹੋਊਗਾ? ਐਡਾ ਵੱਡਾ ਫੈਸਲਾ ਸਰਕਾਰ ਦੀ ਸਹਿਮਤੀ ਤੋਂ ਬਿਨਾਂ ਤਾਂ ਹੋ ਹੀ ਨਹੀਂ ਸਕਦਾ, ਕਿਸੇ ਵੀ ਪ੍ਰਸਪੈਕਟਿਵ ਨਾਲ ਨਹੀਂ ਹੋ ਸਕਦਾ। ਸਰਕਾਰ ਨੇ ਆਪ ਦੀ ਜ਼ਿੰਮੇਵਾਰੀ ਲੈਣ ਤੋਂ ਸਰਕਾਰ ਭੱਜ ਗਈ ਆ ਤੇ ਉਹਨਾਂ ਨੇ IAS ਆਫੀਸਰ ਸਾਹਿਬਾਨ ਦੇ ਉੱਤੇ ਇਹ ਜ਼ਿੰਮੇਵਾਰੀ ਫਿਕਸ ਕਰਤੀ ਆ ਵੀ ਫਾਲਟ ਹੀ ਉਹਨਾਂ ਦਾ ਸੀਗਾ। ਬਈ ਜਿਵੇਂ ਪਹਿਲਾਂ ਯੂਨੀਅਨਸ ਕਾਫੀ ਹੜਤਾਲ ਤੇ ਜਾਣ ਲਈ ਤਿਆਰ ਆ ਜਾਂ ਸਰਕਾਰ ਦੇ ਨਾਲ ਸਿੱਧਾ ਮੱਥਾ ਲਾਉਣ ਲਈ ਤਿਆਰ ਹੈਗੀਆਂ। IAS ਆਫੀਸਰ ਦੀ ਵੀ ਇੱਕ ਯੂਨੀਅਨ ਹੈਗੀ ਆ, ਉਹ ਵੀ ਉਹਨਾਂ ਨੂੰ ਵੀ ਇੱਕ ਮੌਕਾ ਮਿਲ ਗਿਆ ਵੀ ਵਾਕਿਆ ਹੀ ਅਸੀਂ ਵੀ ਉਹ ਵੀ ਹੜਤਾਲ ਤੇ ਜਾ ਸਕਦੇ ਆ। ਵਿਊਅਰਸ ਇਸ ਵੀਡੀਓ ਨੂੰ ਦੇਖੂਗਾ ਪੰਜਾਬ ਦਾ ਪੰਜਾਬੀ ਜਾਂ ਕੋਈ ਹੋਰ, ਤਾਂ ਸਹਿਜੇ ਹੀ ਉਹਨੂੰ ਪਤਾ ਲੱਗ ਜੂਗਾ ਬਈ ਲਾਲਜੀਤ ਭੁੱਲਰ ਜੀ ਵੀ ਦੇ ਨਾਲ ਵੀ ਮੈਨੂੰ ਲੱਗਦਾ ਜਿੰਪੇ ਵਾਲੀ ਹੋਈ ਆ। ਕਹਿੰਦੇ ਹੁਣ ਪਟਵਾਰੀ ਆਪਦੇ ਸਰਕਲ ਦਾ ਹੀ ਕੰਮ ਕਰੂ, ਜਿਹੜਾ ਐਡੀਸ਼ਨਲ ਚਾਰਜ ਉਹਨੂੰ ਦਿੱਤਾ ਗਿਆ ਕਿ ਨਾਲ 6 ਸਰਕਲ ਹੋਰ ਸਾਹਮਣੇ, ਕਹਿੰਦੇ ਉੱਥੇ ਕੰਮ ਨਹੀਂ ਹੋਊਗਾ। ਹੁਣ ਜਿਹੜੇ ਤੁਸੀਂ ਨਵੀਆਂ ਭਰਤੀਆਂ ਕਰਨੀਆਂ ਕਹਿੰਦੇ ਕਰ ਲਓ ਉਹਨਾਂ ਨੂੰ। 3000 ਪਟਵਾਰ ਸਰਕਲ ਇਹੋ ਜਿਹੇ ਹੈਗੇ ਜਿੱਥੇ ਪਟਵਾਰੀ ਹੀ ਹੈ ਨਹੀਂਗਾ। ਕਲਮ ਛੋੜੋ ਹੜਤਾਲ ਦਾ ਅੱਜ ਦੀ ਤਰੀਕ ਦੇ ਵਿੱਚ ਮੈਸੇਜ ਆ ਵੀ ਉਹ ਉੱਥੇ ਕਲਮ ਛੱਡ ਰਹੇ ਆ ਜਿੱਥੇ ਉਹਨਾਂ ਨੂੰ ਐਡੀਸ਼ਨਲ ਚਾਰਜਸ ਜਾਂ ਐਕਸਟਰਾ ਡਿਊਟੀਆਂ ਮਿਲੀਆਂ ਹੋਈਆਂ ਸੀਗੀਆਂ। ਜਿਹਦੇ ਵਿੱਚ ਉਹ ਟਰਮ ਐਂਡ ਕੰਡੀਸ਼ਨਸ ਲਿਖੀਆਂ, ਉਸ ਹਿਸਾਬ ਦੇ ਨਾਲ ਉਹ ਆਪਦੇ ਸਰਕਲ ਦੇ ਵਿੱਚ ਬਖੂਬੀ ਕੰਮ ਕਰ ਰਹੇ ਆ। ਮੈਨੂੰ ਲੱਗਦਾ ਸਰਕਾਰ ਲਈ ਚੁਣੌਤੀ ਹੈਗੀ ਆ, ਇੱਕ ਵੱਡੀ ਚੁਣੌਤੀ ਹੈਗੀ ਆ। ਜੇ ਉਹ ਵਿਚਾਰੇ ਜੇ ਅੱਜ 160-70 ਰੁਪਏ ਦਿਹਾੜੀ ਦੀ ਗੱਲ ਕਰ ਰਹੇ ਆ ਤੇ ਉਹ ਤਾਂ ਮਨਰੇਗਾ ਨਾਲੋਂ ਵੀ ਘੱਟ ਆ। ਅੱਜ ਜੇ ਕਿਸੇ ਭ੍ਰਿਸ਼ਟਾਚਾਰੀ ਨੂੰ ਫੜਿਆ ਜਾਂਦਾ ਹੈ ਤਾਂ ਫਿਰ ਉਹ ਯੂਨੀਅਨ ਬਣ ਕੇ ਇਕੱਠੀ ਹੁੰਦੀ ਹੈ, ਕਿਤੇ ਉਹ ਪਹਿਲੂ ਤਾਂ ਨਹੀਂ। ਇਹਦੇ ਵਿੱਚ ਕੋਈ ਦੋ ਰਾਏ ਨਹੀਂਗਾ, ਸਿਸਟਮ ਦੇ ਵਿੱਚ ਕਰਪਸ਼ਨ ਕਾਫੀ ਹੱਦ ਤੱਕ ਪ੍ਰਵੇਲ ਕਰ ਚੁੱਕੀ ਹੈ। ਉਹਨੂੰ ਕੰਟੇਲ ਕਰਨ ਲਈ, ਉਹਨੂੰ ਨੱਥ ਪਾਉਣ ਲਈ ਇੱਕ ਵੱਡੇ ਐਕਸ਼ਨ ਦੀ ਲੋੜ ਹੈਗੀ ਹੈ। ਸਤਿ ਸ਼੍ਰੀ ਅਕਾਲ, ਮੈਂ ਹਰਸੁੰਦਰ ਸਿੰਘ ਤੇ ਤੁਸੀਂ ਵੇਖ ਰਹੇ ਹੋ ਨਜ਼ਰੀਆ ਬਿਉਂਡ ਦਾ ਵੇ। ਜੀ ਹਾਂ, ਅੱਜ ਨਜ਼ਰ ਰਹੇਗੀ ਪੰਜਾਬ ਸਰਕਾਰ ਦੇ ਇੱਕ ਹੋਰ ਯੂ ਟਰਨ ਤੇ। ਜੀ ਹਾਂ, ਪੰਜਾਬ ਸਰਕਾਰ ਨੇ ਜਿਹੜੀ ਪੰਚਾਇਤਾਂ ਭੰਗ ਕੀਤੀਆਂ ਸੀ ਉਹ ਫੈਸਲਾ ਵਾਪਸ ਲੈ ਲਿਆ। ਸਿਆਸਤ ਵੀ ਹੋਈ, ਹੁਣ ਇਹਦੇ ਕਾਰਨ ਵੀ ਹੋਣਗੇ ਵੀ ਆਖਰਕਾਰ ਇਹ ਯੂ ਟਰਨ ਕਿਉਂ, ਇਸ ਤੇ ਆ ਚਰਚਾ ਰਹੇਗੀ। ਤੇ ਨਾਲ ਹੀ ਸਗੋਂ 2 ਜਿਹੜੇ ਆਲਾ ਅਧਿਕਾਰੀ ਸੀ ਉਹਨਾਂ ਦੇ ਗਾਜ ਵੀ ਗਿਰ ਗਈ ਹੈ। ਇੱਕ ਸੀਗੇ ਪ੍ਰਿੰਸੀਪਲ ਸੈਕਟਰੀ ਪੰਚਾਇਤ, ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਨਾਲੇ ਡਾਇਰੈਕਟਰ ਜਿਹੜੇ ਸੀਗੇ ਉਹਨਾਂ ਨੂੰ ਪੰਚਾਇਤ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਯਾਨੀ ਕਿ ਜ਼ਿੰਮੇਵਾਰੀ ਸਿਰਫ ਆ 2 ਅਧਿਕਾਰੀਆਂ ਤੇ ਰੱਖ ਦਿੱਤੀ ਹੈ। ਤੇ ਨਾਲ ਹੀ ਉਧਰ ਪਟਵਾਰੀ ਯੂਨੀਅਨ ਨੇ ਵੀ ਕਹਿ ਦਿੱਤਾ ਕਿ ਜਿਹੜਾ ਐਸਮਾਲ ਆਇਆ ਉਸ ਦੇ ਖਿਲਾਫ ਅਸੀਂ ਹਾਈ ਕੋਰਟ ਜਾਵਾਂਗੇ ਤੇ ਨਾਲੇ 3000 ਸਰਕਲ ਤੇ ਅਸੀਂ ਪੈਨ ਡਾਊਨ ਸਟ੍ਰਾਈਕ ਕਰ ਰਹੇ ਹਾਂ। ਮਾਨ ਸਰਕਾਰ ਨੂੰ ਸਿੱਧੀ ਚੇਤਾਵਨੀ। ਇਹਨਾਂ ਮੁੱਦਿਆਂ ਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਰਹਿਣਗੇ ਸਾਡੇ ਸਿਆਸੀ ਮਾਹਿਰ ਡਾਕਟਰ ਬੂਟਾ ਸਿੰਘ ਬੈਰਾਗੀ ਜੀ। ਆਓ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਸ਼ੁਰੂਆਤ ਕਰਦੇ ਹਾਂ ਕਿ ਜਿਹੜੀ ਆ ਯੂ ਟਰਨ ਵਾਲੀ ਤੋਂ, ਇਹਨੂੰ ਕਿਵੇਂ ਦੇਖਦੇ ਹੋ? ਜਿਹੜੀ ਪਹਿਲਾਂ ਪੰਚਾਇਤਾਂ ਭੰਗ ਕੀਤੀਆਂ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਅੱਜ ਹਾਈ ਕੋਰਟ ਦੇ ਵਿੱਚ ਕਹਿ ਦਿੱਤਾ ਜਾਂਦਾ ਕਿ ਅਸੀਂ ਉਹ ਵਾਪਸ ਲੈ ਲਿਆ ਫੈਸਲਾ। ਜਲਦੀ ਇਸ ਬਾਰੇ ਨੋਟੀਫਿਕੇਸ਼ਨ ਵੀ ਜਾਰੀ ਹੋ ਜਾਊਗਾ। ਕੀ ਸਮਝਦੇ ਹੋ ਕਿ ਇੱਥੇ ਸਰਕਾਰ ਦੀ ਕਿਰਕਰੀ ਨਹੀਂ ਹੁੰਦੀ ਤੇ ਇੱਕ ਬੈਠੇ ਬਿਠਾਏ ਮੁੱਦਾ ਨਹੀਂ ਦੇ ਦਿੱਤਾ ਜਾਂਦਾ ਵਿਰੋਧੀਆਂ ਨੂੰ? ਸੁਰਿੰਦਰ ਜੀ, ਬਿਲਕੁਲ ਸਹੀ ਗੱਲ ਆ ਜੀ। ਅੱਜ ਜੇ ਮੈਂ ਹਾਈ ਕੋਰਟ ਦੇ ਉੱਤੇ ਸੀਨ ਦੀ ਗੱਲ ਕਰਾਂ ਤਾਂ ਉੱਥੇ ਦੇਖਿਆ ਹੀ ਬਣਦਾ ਸੀ, ਇੱਕ ਵਿਆਹ ਵਰਗਾ ਮੰਜ਼ਰ ਸੀਗਾ, ਕਿਉਂਕਿ ਤਕਰੀਬਨ ਪੰਜਾਬ ਦੇ ਸਰਪੰਚ ਤੇ ਮੈਂਬਰ ਸਾਹਿਬਾਨ ਉੱਥੇ ਪਹੁੰਚੇ ਹੋਏ ਸੀਗੇ ਤੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਰਹੇ ਸੀਗੇ ਜਦੋਂ
ਉਹਨਾਂ ਨੂੰ ਪਤਾ ਲੱਗਿਆ ਵੀ ਸਰਕਾਰ ਨੇ ਸਟੈਪ ਡਾਊਨ ਕਰ ਲਿਆ ਵਾ, ਯੂ ਟਰਨ ਲੈ ਲਿਆ ਵਾ। ਤੇ ਜੇ ਮੈਂ ਪੋਲੀਟੀਕਲੀ ਥੋੜਾ ਜਿਹਾ ਇਸ ਚੀਜ਼ ਨੂੰ ਦੇਖਾਂ, ਬਈ ਦੂਜੀਆਂ ਪਾਰਟੀਆਂ ਤਾਂ ਪਹਿਲਾਂ ਹੀ ਕਹਿ ਰਹੀਆਂ ਸੀਗੀਆਂ ਵੀ ਸਰਕਾਰ ਬਾਬੂਸ਼ਾਹੀ ਚਲਾ ਰਹੇ ਆ, ਸਰਕਾਰ ਦੇ ਵਿੱਚ ਸਾਰੇ ਕੰਮ ਹੀ ਬਿਊਰੋਕ੍ਰੇਸੀ ਕਰ ਰਹੀ ਆ, ਤੇ ਪੋਲੀਟੀਕਲੀ ਕੋਈ ਵੀ ਕਿਸੇ ਨੂੰ ਵੀ ਕੋਈ ਪੁੱਛ ਦੱਸ ਨਹੀਂ ਰਿਹਾ। ਉਸ ਚੀਜ਼ ਤੇ ਅੱਜ ਮੈਨੂੰ ਲੱਗਦਾ ਸਰਕਾਰ ਨੇ ਖੁਦ ਹੀ ਮੋਹਰ ਲਾਤੀ ਆ 2 ਜਣਿਆਂ ਨੂੰ ਸਸਪੈਂਡ ਕਰਕੇ, ਵੀ ਜਿਹੜਾ ਪਹਿਲਾਂ ਨੋਟੀਫਿਕੇਸ਼ਨ ਸਰਕਾਰ ਵੱਲੋਂ ਸਰਕਾਰ ਦੇ ਨਾਮ ਤੇ ਕੱਢਿਆ ਗਿਆ ਸੀਗਾ, ਅਸਲ 'ਚ 2 IAS ਆਫੀਸਰਸ ਨੇ, ਚੀਫ ਸੈਕਟਰੀ ਨੇ ਤੇ ਆਈ ਥਿੰਕ ਡਾਇਰੈਕਟਰ ਨੇ ਕੱਢਿਆ ਸੀਗਾ, ਤੇ ਉਹਦੇ ਵਿੱਚ ਸਰਕਾਰ ਦਾ ਲੈਣਾ ਦੇਣਾ ਹੀ ਕੁਝ ਨਹੀਂ ਸੀਗਾ। ਪਰ ਹੈਰਾਨੀ ਦੀ ਗੱਲ ਇਹ ਆ ਆਪਣੇ ਸੁਰਿੰਦਰ ਜੀ, ਬਈ ਡੈਮੋਕ੍ਰੇਸੀ ਦੀ ਇੱਕ ਅਹਿਮ ਕੜੀ ਹੈ ਜਿਹੜੀ ਇਹ ਪੰਚਾਇਤ ਹੈਗੀਆਂ ਵਾ, ਤੇ ਜੇ ਇਸੇ ਕੜੀ ਦੇ ਨਾਲ ਹੀ ਇਹੋ ਜਿਹਾ ਮਜ਼ਾਕ ਹੋ ਸਕਦਾ ਜਿਨ੍ਹਾਂ ਨੂੰ ਬਿਨਾਂ ਕੋਈ ਲੀਗਲੀ ਕੰਸਲਟ ਕੀਤੇ, ਬਿਨਾਂ ਕਨਸਟੀਟਿਊਸ਼ਨ ਨੂੰ ਕੰਸੀਡਰ ਕੀਤੇ, ਖਾਸ ਕਰਕੇ ਉਹੋ ਜਿਹੇ ਹਾਲਾਤਾਂ ਦੇ ਵਿੱਚ ਜਦੋਂ ਪੰਜਾਬ ਦੇ ਤਕਰੀਬਨ ਸੂਬੇ, ਜਿਵੇਂ ਸਰਕਾਰ ਆਪ ਐਡਮਿਟ ਕਰ ਰਹੀ ਆ ਵੀ ਹੜ੍ਹਾਂ ਦੀ ਮਾਰ ਹੇਠ ਹਨ, ਤੇ ਉਹਨਾਂ ਦੀਆਂ ਜਿਹੜੀਆਂ ਬੇਸਿਕ ਜਿਹੜੀਆਂ ਐਸੈਂਸ਼ੀਅਲ ਕਮਿਊਨਿਟੀਜ਼ ਹੈਗੀਆਂ ਵਾ, ਲੋੜਵੰਦ ਚੀਜ਼ਾਂ ਹੈਗੀਆਂ ਵਾ, ਥਰੂ ਪੰਚਾਇਤਾਂ ਰਾਹੀਂ ਲੋਕਾਂ ਤੱਕ ਪਹੁੰਚਣੀਆਂ ਹੁੰਦੀਆਂ, ਜਾਂ ਜਿੰਨਾ ਵੀ ਡੈਮੇਜ ਅਸੈਸਮੈਂਟ ਦਾ ਕੰਮ ਹੁੰਦਾ ਪੰਚਾਇਤਾਂ ਦੇ ਰਾਹੀਂ ਹੋਣਾ ਹੁੰਦਾ, ਤੇ ਉਸ ਚੀਜ਼ ਨੂੰ ਭੰਗ ਕਰ ਦੇਣਾ ਤੇ ਬੜਾ ਹੈਰਾਨੀ ਦੀ ਗੱਲ ਹੈਗੀ ਆ। ਮੈਨੂੰ ਲੱਗਦਾ ਇਹੀ ਚੀਜ਼ਾਂ ਸਾਰੀਆਂ ਹਾਈ ਕੋਰਟ ਨੇ ਕੰਸੀਡਰ ਕਰਕੇ ਸਰਕਾਰ ਤੋਂ ਜਵਾਬ ਮੰਗਿਆ ਸੀਗਾ ਵੀ ਜਦੋਂ ਹੜ੍ਹਾਂ ਦੀ ਹਾਲਾਤ ਦੇ ਵਿੱਚ ਪੰਜਾਬ ਪੂਰਾ ਆਇਆ ਹੋਇਆ ਵਾ, ਤੁਸੀਂ ਉਸ ਸਮੇਂ ਪੰਚਾਇਤਾਂ ਨੂੰ ਡਿਸਟਰਬ ਕਰ ਰਹੇ ਹੋ, ਭੰਗ ਕਰ ਰਹੇ ਹੋ, ਤੁਹਾਡੀ ਮਨਸ਼ਾ ਕੀ ਆ? ਤੇ ਮੈਨੂੰ ਲੱਗਦਾ ਸਰਕਾਰ ਕੋਲੇ ਇਸ ਦਾ ਕੋਈ ਪੁਖਤਾ ਜਵਾਬ ਹੈ ਨਹੀਂ ਸੀ, ਤਾਂ ਉਹਨਾਂ ਨੇ ਬੈਟਰ ਸਮਝਿਆ ਵੀ ਅਸੀਂ ਆਪਦਾ ਜਿਹੜਾ ਭੰਗ ਕਰਨ ਵਾਲਾ ਪਹਿਲਾਂ ਨੋਟੀਫਿਕੇਸ਼ਨ ਹੈਗਾ ਵਾ ਉਹਨੂੰ ਵਾਪਸ ਲੈ ਲਈਏ, ਤੇ ਇਸੇ ਵਿੱਚ ਹੀ ਇੱਜ਼ਤ ਹੈਗੀ ਆ। ਜੇ ਮੈਂ ਪੋਲੀਟੀਕਲ ਗੱਲ ਕਰਾਂ ਤੇ ਸਰਕਾਰ ਦਾ ਯੂ ਟਰਨ ਇੱਕ ਦੂਜੀਆਂ ਪੋਲੀਟੀਕਲ ਪਾਰਟੀਆਂ ਨੂੰ ਵੀ ਉਹਨਾਂ ਨੇ ਉਹਨਾਂ ਦੇ ਸ਼ਬਦਾਂ ਦੀ ਪੁਸ਼ਟੀ ਕੀਤੀ ਆ ਵੀ ਇਸ ਨੂੰ ਬਿਊਰੋਕਰੇਟ ਚਲਾ ਰਹੇ ਨੇ। ਡਾਕਟਰ ਸਾਹਿਬ, ਉਧਰ ਪਟਵਾਰੀ ਐਸਮਾ ਦੇ ਖਿਲਾਫ ਹਾਈਕੋਰਟ ਜਾ ਰਹੇ ਨੇ, ਇੱਥੇ 2 IAS ਅਧਿਕਾਰੀ, ਕੀ ਇੱਥੇ ਤੁਹਾਨੂੰ ਨਹੀਂ ਲੱਗਦਾ ਕਿ ਉਹ ਵੀ ਸ਼ਾਇਦ ਇਸ ਤਰੀਕੇ ਨਾਲ ਕਹਿਣਗੇ ਵੀ ਆਪਦੀ ਯੂਨੀਅਨ ਦੇ ਵਿੱਚ ਜਾ ਸਕਦੇ ਨੇ ਕਿ ਜਿਸ ਤਰੀਕੇ ਨਾਲ ਸਰਕਾਰ ਨੇ ਉਹਨਾਂ ਨੂੰ ਲਾਂਭੇ ਕਰ ਦਿੱਤਾ, ਸਸਪੈਂਡ ਕਰ ਦਿੱਤਾ? ਕੀ ਐਡਾ ਵੱਡਾ ਫੈਸਲਾ ਤੁਹਾਨੂੰ ਲੱਗਦਾ ਡਾਕਟਰ ਸਾਹਿਬ, ਐਡਾ ਵੱਡਾ ਫੈਸਲਾ ਬਿਨਾਂ ਸਰਕਾਰ ਦੀ ਇੰਟਰਵੈਨ ਜਾਂ ਉਹਦੀ ਮਨਜ਼ੂਰੀ ਦੇ ਬਿਨਾਂ ਹੋ ਗਿਆ ਹੋਊਗਾ? ਨਹੀਂ, ਇਹ ਤਾਂ ਕਦਾਈ ਵੀ ਸੰਭਵ ਨਹੀਂਗਾ। ਕੋਈ ਵੀ ਫਾਈਲ ਮੂਵ ਹੁੰਦੀ ਹੈ ਐਟਲੀਸਟ ਮਿਨਿਸਟਰ ਦੀ, ਤਾਂ ਉਹਦੇ ਤੇ ਸਾਈਨ ਹੋਣੇ ਹੀ ਹੁੰਦੇ ਆ, ਤੇ ਐਡਾ ਵੱਡਾ ਫੈਸਲਾ ਸਰਕਾਰ ਦੀ ਸਹਿਮਤੀ ਤੋਂ ਬਿਨਾਂ ਤਾਂ ਹੋ ਹੀ ਨਹੀਂ ਸਕਦਾ, ਕਿਸੇ ਵੀ ਪ੍ਰਸਪੈਕਟਿਵ ਨਾਲ ਨਹੀਂ ਹੋ ਸਕਦਾ। ਹਾਲਾਂਕਿ ਹੁਣ ਗੱਲ ਇਹ ਆ ਵੀ ਸਰਕਾਰ ਨੇ ਕਿਸੇ ਤੇ ਤਾਂ ਜ਼ਿੰਮੇਵਾਰੀ ਫਿਕਸ ਕਰਨੀ ਸੀਗੀ, ਸਰਕਾਰ ਨੇ ਆਪਦੀ ਜ਼ਿੰਮੇਵਾਰੀ ਲੈਣ ਤੋਂ ਸਰਕਾਰ ਭੱਜ ਗਈ ਆ, ਤੇ ਉਹਨਾਂ ਨੇ IAS ਆਫੀਸਰ ਸਾਹਿਬਾਨ ਦੇ ਉੱਤੇ ਇਹ ਜ਼ਿੰਮੇਵਾਰੀ ਫਿਕਸ ਕਰਤੀ ਆ ਵੀ ਫਾਲਟ ਹੀ ਉਹਨਾਂ ਦਾ ਸੀਗਾ। ਹਾਲਾਂਕਿ ਇਹ ਬਹੁਤ ਹੀ ਗਲਤ ਤੇ ਹਾਸੋਹੀਣੀ ਗੱਲ ਹੈਗੀ ਆ, ਇਹੋ ਜਿਹਾ ਨਹੀਂ ਹੋਣਾ ਚਾਹੀਦਾ। ਤੇ ਤੁਹਾਡੀ ਗੱਲ ਬਿਲਕੁਲ ਦਰੁਸਤ ਆ ਬਈ ਜਿਵੇਂ ਪਹਿਲਾਂ ਯੂਨੀਅਨਸ ਕਾਫੀ ਹੜਤਾਲ ਤੇ ਜਾਣ ਲਈ ਤਿਆਰ ਆ ਜਾਂ ਸਰਕਾਰ ਦੇ ਨਾਲ ਸਿੱਧਾ ਮੱਥਾ ਲਾਉਣ ਲਈ ਤਿਆਰ ਹੈਗੀਆਂ, ਤੇ ਉੱਥੇ IAS ਜਿਹੜੀ ਲੌਬੀ ਹੈਗੀ ਆ ਜਾਂ IAS ਆਫੀਸਰ ਦੀ ਵੀ ਇੱਕ ਯੂਨੀਅਨ ਹੈਗੀ ਆ, ਉਹਨਾਂ ਨੂੰ ਵੀ ਇੱਕ ਮੌਕਾ ਮਿਲ ਗਿਆ ਵੀ ਵਾਕਿਆ ਹੀ ਅਸੀਂ ਵੀ ਉਹ ਵੀ ਹੜਤਾਲ ਤੇ ਜਾ ਸਕਦੇ ਆ। ਤੇ ਸਰਕਾਰ ਬੜਾ ਆਪਦੇ ਆਪ 'ਚ ਇੱਕ ਸਿਲਫ ਗੋਲ ਕਰਨ ਦੇ ਵਿੱਚ ਲੱਗੀ ਵੀ ਆ, ਤੇ ਜਿਹੜਾ ਮੈਨੂੰ ਲੱਗਦਾ ਇੱਕ ਪੰਜਾਬ ਦੇ ਵਿੱਚ ਗਵਰਨੈਂਸ ਨੂੰ ਲੈ ਕੇ ਇੱਕ ਵੱਡਾ ਚੈਲੰਜ ਹੈਗਾ। ਸੁਰਿੰਦਰ ਜੀ, ਪ੍ਰੋਬਲਮ ਮੈਂ ਜਿੱਥੇ ਮਹਿਸੂਸ ਕਰਦਾ ਵੀ ਉਹ ਕਿ ਸਰਕਾਰ ਵੱਡੇ ਵਾਅਦਿਆਂ ਤੇ ਦਾਅਵਿਆਂ ਦੇ ਨਾਲ ਆਈ ਸੀਗੀ, ਇਹਨਾਂ ਨੇ ਆਪਦੇ ਲੈਵਲ ਤੇ ਤਾਂ ਬਹੁਤ ਵੱਡੇ ਦਾਅਵੇ ਤੇ ਵਾਅਦੇ ਕੀਤੇ ਸੀਗੇ, ਪਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਇਹ ਗੇਜ ਕਰਨ ਦੇ ਵਿੱਚ ਉਹ ਨਾਕਾਮ ਰਹੀ ਬਈ ਇਹ ਅਸਲ ਦੇ ਵਿੱਚ ਇੱਕ ਗੁੱਸੇ ਨੂੰ ਵੋਟਾਂ ਪਈਆਂ ਵਾ। ਉਹ ਗੁੱਸਾ ਅਕਾਲੀ ਦਲ ਤੇ ਕਾਂਗਰਸ ਦੇ ਬਰਖਲਾਫ ਸੀਗਾ, ਉਸ ਗੁੱਸੇ ਨੂੰ ਗਵਰਨਮੈਂਟ ਬਣਾ ਕੇ ਤਾਂ ਇਹਨਾਂ ਨੇ ਕੈਸ਼ ਕਰ ਲਿਆ, ਪਰ ਜਦੋਂ ਡਿਲੀਵਰੀ ਦਾ ਸਮਾਂ ਆਇਆ ਉੱਥੇ ਅੱਜ ਮੈਨੂੰ ਲੱਗਦਾ ਤਕਰੀਬਨ ਹਰੇਕ ਵਰਗ ਸਰਕਾਰ ਦਾ, ਆਪਣੇ ਗਵਰਨਮੈਂਟ ਦਾ, ਪੰਜਾਬ ਗਵਰਨਮੈਂਟ ਦਾ, ਉਹ ਸਰਕਾਰ ਤੋਂ ਨਾ ਖੁਸ਼ ਨਜ਼ਰ ਆਉਂਦਾ ਵਾ। ਜੇ ਕਿਤੇ ਆਪਾਂ ਅਧਿਆਪਕਾਂ ਨੂੰ ਪੱਕੇ ਕਰਨ ਦੀ ਗੱਲ ਕਰ ਲਈਏ, ਉਹ ਵੀ ਹਾਫ ਹਾਰਟਲੀ ਕਹਿ ਰਹੇ ਆ ਵੀ ਠੀਕ ਆ, ਅਸੀਂ ਜੋ ਵੀ ਹੈ 15-20 ਸਾਲ ਅਸੀਂ ਸੰਘਰਸ਼ ਕੀਤਾ, ਅੱਜ ਜੋ ਮਿਲਿਆ ਓਨਾ ਹੀ ਬਹੁਤ ਆ। ਬਾਕੀ ਜਿਹੜੀ ਇੱਕ ਰਿਕਰੂਟਮੈਂਟ ਪ੍ਰਕਿਰਿਆ ਚੱਲੀ ਆ ਰਹੀ ਆ, ਉਹਦੇ ਵਿੱਚ ਵੀ ਪੰਜਾਬੀਆਂ ਨੂੰ ਪਾਸੇ ਕੀਤਾ ਜਾ ਰਿਹਾ। ਗੱਲ ਕੀ, ਇਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਮੈਨੂੰ ਲੱਗਦਾ ਸਰਕਾਰ ਦੇ ਵਿੱਚ ਕਿਤੇ ਨਾ ਕਿਤੇ ਇੱਕ ਨਾ ਸਮਝੀ ਜਾਂ ਇੱਕ ਨਾ ਜ਼ਿੰਮੇਵਾਰ ਵਾਲਾ ਵਤੀਰਾ
ਦਿਖਾਈ ਦਿੰਦਾ ਵਾ ਤੇ ਜ਼ਿਆਦਾ ਫੋਕਸ ਕਿਤੇ ਪੋਲੀਟੀਕਲ ਸਕੋਰ ਸੈਟਲ ਕਰਨ ਨੂੰ ਲੱਗਿਆ ਹੋਇਆ, ਬਸ਼ਰਤੇ ਕਿ ਚੰਗੀ ਇਹ ਡਿਲੀਵਰੀ ਦੇ ਸਕਣ। ਇੱਥੇ ਪੰਚਾਇਤਾਂ ਨੂੰ ਵੀ ਭੰਗ ਕਰਨ ਦਾ ਮੈਨੂੰ ਲੱਗਦਾ ਮਕਸਦ ਇੱਕ ਇਹੀ ਸੀਗਾ ਵੀ ਅਸੀਂ ਵੱਧ ਤੋਂ ਵੱਧ ਲੋਕੀ ਆਪਦੇ ਨਾਲ ਥੱਲੇ ਗਰਾਊਂਡ ਲੈਵਲ ਤੋਂ ਜੋੜ ਲਾਂਗੇ, ਕਿਉਂਕਿ ਸਰਪੰਚ ਜਾਂ ਮੈਂਬਰ ਜਿਹੜੇ ਸੀਗੇ ਜ਼ਿਆਦਾਤਰ ਅਕਾਲੀ ਦਲ ਦੇ ਜਾਂ ਕਾਂਗਰਸ ਪਾਰਟੀ ਦੇ ਸੀਗੇ, ਵੀ ਅਸੀਂ ਉਹਨਾਂ ਨੂੰ ਆਪਦੇ ਵਿੱਚ ਜੋੜਨ ਦੀ ਕੋਸ਼ਿਸ਼ ਕਰਾਂਗੇ। ਹਾਲਾਂਕਿ ਹੋਇਆ ਉਠਾ, ਮੈਨੂੰ ਲੱਗਦਾ ਸਾਰੇ ਹੀ ਸਰਪੰਚ ਤੇ ਮੈਂਬਰ ਉਸ ਚੀਜ਼ ਦੇ ਬਰਖਲਾਫ ਖੜੇ ਹੋ ਗਏ। ਸੁਰਿੰਦਰ ਜੀ, ਹੈਰਾਨੀ ਦੀ ਗੱਲ ਇਹ ਆ ਵੀ ਸਰਕਾਰ ਵੱਲੋਂ ਇਹੋ ਜਿਹੇ ਬਿਆਨ ਕਿਤੇ ਸ਼ੋਭਾ ਨਹੀਂ ਦਿੰਦੇ ਵੀ ਸਰਪੰਚਾਂ ਨੇ ਹਜੇ ਮੀਡੀਆ ਪੈਨਲਿਸਟ ਤਾਂ ਕਹਿਣ, ਮੀਡੀਆ ਕੋਈ ਸਟੋਰੀ ਚਲਾ ਦੇਵੇ ਵੀ 100,000 ਕਰੋੜਾਂ ਦਾ ਗਮਨ ਕਰਤਾ ਜੀ। ਜਦੋਂ ਕਿਤੇ ਸਰਕਾਰੀ ਤੰਤਰ ਵੱਲੋਂ ਇਹੋ ਜਿਹੇ ਬਿਆਨ ਆਉਂਦੇ ਆ ਤਾਂ ਮੈਨੂੰ ਲੱਗਦਾ ਇਹ ਵੱਡੀ ਤੋਂ ਵੱਡੀ ਸਰਕਾਰ ਦੀ ਨਲਾਇਕੀ ਜਾਂ ਉਸ ਪਾਰਟੀਕੂਲਰ ਮਹਿਕਮੇ ਦੀ ਨਲਾਇਕੀ ਹੁੰਦੀ ਆ ਵੀ ਇਹ ਗਮਨ ਹੋਇਆ ਕਿਵੇਂ। ਸਰਕਾਰ ਨੂੰ ਤਾਂ ਐਕਸ਼ਨ ਕਰਦੇ ਨਜ਼ਰ ਆਉਣਾ ਚਾਹੀਦਾ, ਨਾ ਕਿ ਬਿਆਨਬਾਜ਼ੀ ਜਾਂ ਇਸ਼ਤਿਹਾਰਬਾਜ਼ੀ ਕਰਦੇ ਹੋਏ। ਸਰਪੰਚਾਂ ਮੈਂਬਰਾਂ 'ਚ ਵੀ ਇਹਨਾਂ ਨੇ ਐਵੇਂ ਹੀ ਕੀਤਾ ਵੀ ਅਸੀਂ ਤਾਂ ਭੰਗ ਕੀਤੇ ਆ, ਇਹਨਾਂ ਦਾ ਗਮਨ ਹੋ ਰਿਹਾ ਸੀਗਾ। ਤੇ ਮੈਨੂੰ ਲੱਗਦਾ ਉਹ ਬੜੀ ਹਾਸੋਹੀਣੀ ਗੱਲ ਲੱਗਦੀ ਆ। ਉਹ ਕੋਰਟ ਦੇ ਵਿੱਚ ਵੀ ਹਾਸੋਹੀਣੀ ਗੱਲ ਹੈਗੀ ਆ, ਕਿਉਂਕਿ ਕੋਰਟ ਇਹੋ ਜਿਹੀ ਬਿਆਨਬਾਜ਼ੀ ਜਾਂ ਇਸ਼ਤਿਹਾਰਬਾਜ਼ੀ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ। ਉਹ ਕਹਿੰਦਾ ਤੁਹਾਡੇ ਕੋਲੇ ਪਾਵਰ ਹੈਗੀ ਆ, ਜੇ ਕਿਸੇ ਨੇ ਕੋਈ ਗਲਤ ਕੰਮ ਕੀਤਾ ਤਾਂ ਤੁਸੀਂ ਉਸ ਤੇ ਐਕਸ਼ਨ ਲਓ। ਮੈਨੂੰ ਲੱਗਦਾ ਇਹ ਸਾਰੇ ਵਰਤਾਰੇ ਨੂੰ ਦੇਖਦੇ ਹੋਏ ਅੱਜ ਸਰਕਾਰ ਨੂੰ ਆਪਦਾ ਹੀ ਲਿਆ ਹੋਇਆ ਫੈਸਲਾ ਵਾਪਸ ਲੈਣਾ ਪਿਆ, ਜਿਹੜਾ ਕਿ ਇੱਕ ਨਾ ਸਮਝੀ ਵੜਿਆ ਫੈਸਲਾ ਹੋਇਆ। ਤੇ ਉਸ ਦਾ ਜਿਹੜਾ ਸਾਰਾ ਸੀਗਾ ਇਹਨਾਂ ਨੇ ਜੁੰਮਾ ਉਹ IAS ਆਫੀਸਰ ਦੇ ਉੱਤੇ ਫੋੜਤਾ। ਤੇ ਅੱਜ IAS ਆਫੀਸਰ ਵੀ ਮੈਨੂੰ ਲੱਗਦਾ ਰਾਤ ਨੂੰ ਜਾਂ ਅੱਜ ਡਿਨਰ ਟੇਬਲ ਤੇ ਮੀਟਿੰਗਾਂ ਕਰ ਰਹੇ ਹੋਣਗੇ ਵੀ ਆਪਣਾ ਵੀ ਕੋਈ ਐਕਸ਼ਨ ਪਲਾਨ ਹੋਣਾ ਚਾਹੀਦਾ। ਬਿਲਕੁਲ ਡਾਕਟਰ ਸਾਹਿਬ, ਆਓ ਤੁਹਾਨੂੰ ਸੁਣਾ ਦਿੰਦੇ ਹਾਂ ਲਾਲਜੀਤ ਭੁੱਲਰ, ਜਿਨ੍ਹਾਂ ਕੋਲ ਪੰਚਾਇਤੀ ਵਿਭਾਗ ਵੀ ਹੈ, ਕੈਬਨਿਟ ਮਿਨਿਸਟਰ, ਉਹ ਕੀ ਕਹਿੰਦੇ ਨੇ, ਆਓ ਸੁਣਦੇ ਹਾਂ ਪਹਿਲਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਵਿੱਚ ਪਿੰਡਾਂ ਦੀਆਂ ਪੰਚਾਇਤਾਂ ਅਤੇ ਨਗਰ ਕੌਂਸਲਾਂ ਦੀਆਂ ਚੋਣਾਂ ਸੰਬੰਧੀ ਪੰਜਾਬ ਸਰਕਾਰ ਨੇ ਸਮੇਂ ਸਿਰ ਕਰਵਾਉਣ ਲਈ ਉਪਰਾਲੇ ਆਰੰਭ ਦਿੱਤੇ ਸਨ, ਕਿਉਂਕਿ ਵੋਟਰ ਸੂਚੀਆਂ ਦੀਆਂ ਸੋਧਾਂ, ਵਾਰਡਬੰਦੀ, 50% ਔਰਤਾਂ ਦਾ ਰਾਖਵਾਂਕਰਨ ਵਗੈਰਾ ਦੀ ਕਾਫੀ ਲੰਮੀ ਪ੍ਰਕਿਰਿਆ ਹੈ। ਇਸ ਲਈ ਪੰਚਾਇਤੀ ਵਿਭਾਗ ਨੂੰ ਸਮਾਂ ਮਿਲ ਸਕੇ, ਇਸ ਪ੍ਰਕਿਰਿਆ ਦਾ ਜਲਦੀ ਐਲਾਨ ਕਰ ਦਿੱਤਾ ਗਿਆ। ਪਰ ਸੂਬੇ ਵਿੱਚ ਹੜ੍ਹਾਂ ਦੀ ਮਾਰ ਅਤੇ ਸੰਕਟ ਦੇ ਮੌਕੇ ਲੋਕਾਂ ਦੀ ਸਹਾਇਤਾ ਕਰਨ ਲਈ ਤਕਰੀਬਨ ਜਿੰਨੇ ਵੀ ਸਾਡੇ ਸਰਕਾਰੀ ਅਧਿਕਾਰੀ ਸਨ, ਪੰਜਾਬ ਦੇ ਵਿੱਚ ਲੋਕਾਂ ਦੇ ਲਈ ਰਾਹਤ ਕਾਰਜਾਂ ਦੇ ਵਿੱਚ ਜੁਟ ਗਏ, ਜਿਸ ਕਾਰਨ ਜ਼ਰੂਰੀ ਸਰਵੇ ਨਹੀਂ ਹੋ ਸਕਿਆ। ਜਦੋਂ ਪੰਚਾਇਤਾਂ ਨੂੰ ਭੰਗ ਕਰਨ ਵਾਲੀ ਗੱਲ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਧਿਆਨ ਦੇ ਵਿੱਚ ਆਈ ਤਾਂ ਉਹਨਾਂ ਨੇ ਤੁਰੰਤ ਪੰਚਾਇਤਾਂ ਨੂੰ ਭੰਗ ਕਰਨ ਦੇ ਆਦੇਸ਼ਾਂ ਵਿੱਚ ਤਕਨੀਕੀ ਖਾਮੀਆਂ ਕਾਰਨ ਪੰਚਾਇਤ ਵਿਭਾਗ ਦੇ ਅਫਸਰਾਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਅਤੇ ਮਾਨਯੋਗ ਹਾਈ ਕੋਰਟ ਦੇ ਵਿੱਚ ਪੰਚਾਇਤਾਂ ਨੂੰ ਭੰਗ ਕਰਨ ਵਾਲਾ ਫੈਸਲਾ ਵਾਪਸ ਲੈ ਲਿਆ ਗਿਆ ਹੈ, ਤਾਂ ਜੋ ਤਕਨੀਕੀ ਕਮੀਆਂ ਨੂੰ ਪੂਰਾ ਕਰਕੇ ਲੋਕਤੰਤਰ ਦੀ ਨੀਂਹ ਕਹੀ ਜਾਣ ਵਾਲੀ ਪੰਚਾਇਤੀ ਚੋਣਾਂ ਅਤੇ ਨਗਰ ਕੌਂਸਲ ਚੋਣਾਂ ਬਿਨਾਂ ਪੱਖਪਾਤ ਹੋ ਸਕਣ। ਮੁੱਖ ਮੰਤਰੀ ਜੀ ਨੇ ਪੰਚਾਇਤੀ ਚੋਣਾਂ ਸੰਬੰਧੀ ਲੋਕਤੰਤਰ ਨੂੰ ਮਜ਼ਬੂਤ ਕਰਨ ਸੰਬੰਧੀ ਇਹ ਵੀ ਐਲਾਨ ਕੀਤਾ ਹੈ ਕਿ ਜਿਹੜੇ ਪਿੰਡ ਸਰਬਸੰਮਤੀ ਨਾਲ ਪੰਚਾਇਤੀ ਚੋਣਾਂ ਕਰਾਉਣਗੇ, ਉਹਨਾਂ ਪਿੰਡਾਂ ਨੂੰ 5 ਲੱਖ ਰੁਪਏ ਦੀ ਸਨਮਾਨ ਰਾਸ਼ੀ ਦਿੱਤੀ ਜਾਵੇਗੀ। ਅਤੇ ਅਸੀਂ ਪੰਚਾਇਤੀ ਚੋਣਾਂ ਸਮੇਂ ਸਿਰ ਕਰਵਾਉਣ ਲਈ ਵੀ ਵਚਨਬੱਧ ਹਾਂ। ਜੇ ਕਾਗਜ਼ਾਂ ਵਿੱਚ ਕੋਈ ਤਕਨੀਕੀ ਖਾਮੀ ਹੈ ਤਾਂ ਉਹਨਾਂ ਨੂੰ ਪੂਰਾ ਕਰਕੇ ਜਲਦ ਨਵੇਂ ਆਦੇਸ਼ ਜਾਰੀ ਹੋਣਗੇ। ਬਿਲਕੁਲ, ਤੁਸੀਂ ਦੇਖਿਆ ਕਿ ਲਾਲਜੀਤ ਭੁੱਲਰ ਕਿਸ ਤਰੀਕੇ ਨਾਲ ਕਹਿੰਦੇ ਕੁਝ ਤਕਨੀਕੀ ਖਾਮੀਆਂ ਦੇ ਕਾਰਨ ਇਹ ਗਾਜ ਗਿਰੀ ਹੈ। ਜਿਹੜੇ 2 IAS ਆਫੀਸਰ ਯਾਨੀ ਕਿ ਪ੍ਰਿੰਸੀਪਲ ਸੈਕਟਰੀ ਤੇ ਡਾਇਰੈਕਟਰ ਪੰਚਾਇਤ ਹੈ, ਜਿਨ੍ਹਾਂ ਦਾ ਜ਼ਿਕਰ ਕਰ ਰਹੇ ਹਾਂ। ਡਾਕਟਰ ਸਾਹਿਬ, ਕਿਵੇਂ ਦੇਖਦੇ ਹੋ ਕਿ ਗਾਜ ਲਾਲਜੀਤ ਭੁੱਲਰ ਤੇ ਨਹੀਂ ਗਿਰਨੀ ਚਾਹੀਦੀ? ਤੇ ਨਾਲੇ ਇਹ ਕਿ ਹਾਈ ਕੋਰਟ ਆਉਣ ਤੋਂ ਬਾਅਦ ਹੀ ਸ਼ਾਇਦ ਮਾਨ ਸਾਹਿਬ ਨੂੰ ਪਤਾ ਲੱਗਿਆ। ਮੈਂ ਹੈਰਾਨ ਆ ਜੀ, ਸੌਰੀ ਟੂ ਸੇ, ਇਹ ਬਿਆਨ ਮਿਨਿਸਟਰ ਦੇ ਨਹੀਂ ਗਏ ਹੈਗੇ, ਇਹ ਬਿਆਨ ਕੋਈ ਰਿਸਪੌਂਸਿਬਲ ਬੰਦੇ ਦੇ ਨਹੀਂ ਹੈਗੇ। ਉਹਦੀ ਬਾਡੀ ਲੈਂਗੁਏਜ ਹੀ ਦੱਸ ਰਹੀ ਆ ਵੀ ਉਹ ਕਿਸ ਕਦਰ ਸਹਿਮਿਆ ਤੇ ਡਰਿਆ ਹੋਇਆ ਵਾ। ਮੈਂ ਹੈਰਾਨ ਆ ਵੀ ਉਹ ਕਿਹੋ ਜਿਹੇ ਬਿਆਨ ਤੇ ਕਿਵੇਂ ਦੇ ਰਿਹਾ ਵਾ। ਆਹ ਟੈਕਨੀਕਲ ਕਾਰਨ, ਵੋਟਰ ਸੂਚੀਆਂ 50%, ਇਹ ਗੱਲਾਂ ਮੈਨੂੰ ਲੱਗਦਾ ਇਸ ਤੇ ਕਮੈਂਟ ਦੀ ਲੋੜ ਨਹੀਂ। ਤੁਹਾਡਾ ਕੋਈ ਵੀ ਵਿਊਅਰਸ ਇਸ ਵੀਡੀਓ ਨੂੰ ਦੇਖੂਗਾ, ਪੰਜਾਬ ਦਾ ਪੰਜਾਬੀ ਜਾਂ ਕੋਈ ਹੋਰ, ਤੇ ਉਹ ਸਹਿਜੇ ਹੀ ਉਹਨੂੰ ਪਤਾ ਲੱਗ ਜੂਗਾ ਬਈ ਲਾਲਜੀਤ ਭੁੱਲਰ ਜੀ ਵੀ ਦੇ ਨਾਲ ਵੀ ਮੈਨੂੰ ਲੱਗਦਾ ਜਿੰਪੇ ਵਾਲੀ ਹੋਈ ਆ। ਜਿਹੜੇ ਰੈਵਨਿਊ ਮਿਨਿਸਟਰ ਜਿੰਪਾ ਸਾਹਿਬ ਸੀਗੇ, ਜਿਵੇਂ ਉਹ ਵਿਜ਼ੂਅਲਸ ਆਏ ਸੀਗੇ, ਬਈ ਉਸ ਤਰ੍ਹਾਂ ਦਾ ਇੱਕ ਟਿਊਟਰ ਬਿਆਨ ਜਿਹਾ ਉਹਨਾਂ ਤੋਂ ਦਵਾਇਆ ਗਿਆ ਵਾ। ਤੇ ਮੈਨੂੰ ਲੱਗਦਾ ਹਜੇ ਬਾਕੀ ਸੁਰਿੰਦਰ ਜੀ ਪਤਾ ਲੱਗ ਜੂਗਾ ਬਈ ਜਿਹੜੀ IAS ਲੌਬੀ ਆ ਉਹ ਪੱਕਾ ਕੁਛ ਨਾ ਕੁਛ ਇਨੀਸ਼ੀਏਟ ਕਰੂਗੀ,
ਕਿਉਂਕਿ ਇਸ ਹਿਸਾਬ ਦੇ ਨਾਲ ਉਹਨਾਂ ਦੀ ਕ੍ਰੈਡੀਬਿਲਿਟੀ ਤੇ ਇੱਕ ਕੁਐਸਚਨ ਪੈਦਾ ਹੁੰਦਾ ਵਾ। ਤੇ ਮਾਨ ਸਾਹਿਬ ਨੂੰ ਵੀ ਚਾਹੀਦਾ ਵਾ ਵੀ ਮਿਨਿਸਟਰ ਸਾਹਿਬ ਨੂੰ ਪ੍ਰੋਪਰ ਸਟੱਡੀ ਕਰ ਲੈਣਾ ਚਾਹੀਦਾ ਜਿਹਦੇ ਕੋਲੇ ਵੀ ਜਿਹੜਾ ਵੀ ਮਹਿਕਮਾ ਹੈਗਾ ਵਾ, ਤਾਂ ਜੋ ਜਸਟਿਸ ਕਰ ਸਕਣ ਆਪ ਦੀ ਉਸ ਪੋਰਟਫੋਲੀਓ ਦੇ ਨਾਲ। ਤੇ ਜਿਵੇਂ ਕਹਿ ਦੇਣਾ ਦੂਜਿਆਂ ਦੇ ਤਕਨੀਕੀ ਕਾਰਨ ਜਾਂ ਇਹ ਕਾਰਨ, ਇਹ ਗੱਲਾਂ ਮੈਨੂੰ ਲੱਗਦਾ ਇੱਕ ਮਿਨਿਸਟਰ ਸਾਹਿਬ ਦੇ ਜ਼ੁਬਾਨ ਦੇ ਵਿੱਚੋਂ ਸ਼ੋਭਾ ਨਹੀਂ ਦਿੰਦੀਆਂ। ਕੋਈ ਪਾਰਟੀ ਦਾ ਸਪੋਕਸ ਪਰਸਨ ਚੱਲਦਾ ਹੋਇਆ ਤਾਂ ਇੱਕ ਇਹ ਗੱਲ ਕਹਿ ਸਕਦਾ ਸੀਗਾ, ਸਪੈਸ਼ਲ ਇਹੋ ਜਿਹੀ ਗੱਲ ਮਿਨਿਸਟਰ ਸਾਹਿਬ ਤੋਂ ਕਹਾਉਣੀ ਤੇ ਮੈਨੂੰ ਲੱਗਦਾ ਇਹ ਕਾਫੀ ਸਵਾਲ ਪੈਦਾ ਕਰਦੀ ਆ ਤੇ ਘੱਟੋ ਘੱਟ ਡਿਨੋਮੀਨੇਟ ਕਰਦੀ ਆ IAS ਲੌਬੀ ਤੇ ਉਹਨਾਂ ਆਫੀਸਰਸ ਨੂੰ ਜਿਨ੍ਹਾਂ ਦਾ ਕਾਫੀ ਤਜਰਬਾ ਵੀ ਹੈਗਾ। ਕਿਉਂਕਿ ਅਸਲ ਦੇ ਵਿੱਚ ਮਨਸ਼ਾ ਤਾਂ ਇਹੀ ਆ ਵੀ ਅਸੀਂ ਪੰਚਾਇਤਾਂ ਨੂੰ ਭੰਗ ਕਰਕੇ ਪਹਿਲਾਂ ਵੱਧ ਤੋਂ ਵੱਧ ਆਪਦੇ ਨਾਲ ਹਜੂਮ ਜੋੜ ਸਕੀਏ, ਪਰ ਉਹ ਚੀਜ਼ ਪੁੱਠੀ ਪੈ ਗਈ। ਉਹ ਤੁਸੀਂ ਹਾਈ ਕੋਰਟ ਦੀ ਇੰਟਰਵੈਂਸ਼ਨ ਲੈ ਲਓ। ਮੈਨੂੰ ਲੱਗਦਾ ਇਸ ਬਿਆਨ ਦੇ ਨਾਲ ਬਾਹਲੇ ਪੰਜਾਬੀ ਸਹਿਮਤ ਨਹੀਂ ਹੋਣਗੇ। ਡਾਕਟਰ ਸਾਹਿਬ ਕਿਵੇਂ ਦੇਖਦੇ ਹੋ, ਕਿਉਂਕਿ ਜਿਸ ਦਾ ਜ਼ਿਕਰ ਸਗੋਂ ਭੁੱਲਰ ਸਾਹਿਬ ਕਹਿੰਦੇ ਨੇ ਵੀ ਜਦੋਂ ਪਤਾ ਲੱਗਿਆ ਵੀ ਹੜ੍ਹਾਂ ਦੇ ਵਿੱਚ ਇਹ ਸਭ ਕੁਝ ਹੋਇਆ, ਇਹ ਵਾਕਈ ਬੜਾ ਦੁਖਦਾਈ ਸੀਗਾ ਵੀ ਇੱਧਰੋਂ ਹੜ੍ਹਾਂ ਦੀ ਮਾਰ ਚੱਲ ਰਿਹਾ ਤੇ ਉਸ ਦੌਰਾਨ ਇਹੋ ਜਿਹੇ ਫੈਸਲੇ ਆਣੇ। ਸਗੋਂ ਸਾਰੀ ਇੱਧਰ ਪਾਸੇ ਆਪਾਂ ਕੈਬਨਿਟ ਤਾਂ ਇਸ ਚੱਕਰ ਸੀ, ਸਰਕਾਰ ਇਸ ਚੱਕਰ ਸੀ ਵੀ ਅਸੀਂ ਹੜ੍ਹਾਂ ਨਾਲ ਨਜਿੱਠਣਾ, ਪਰ ਨਾਲ ਦੀ ਨਾਲ ਇਸ ਤਰੀਕੇ ਦੀ ਸਿਆਸਤ ਕਰਨਾ ਵੀ ਤਾਂ ਮੰਦਭਾਗਾ ਹੈ। ਬਿਲਕੁਲ ਸੁਰਿੰਦਰ ਜੀ, ਜ਼ਿਆਦਾਤਰ ਕੀ ਹੁੰਦਾ ਜਦੋਂ ਕੋਈ ਆਪਾਤਕਾਲੀਨ ਕੋਈ ਸਥਿਤੀ ਪੈਦਾ ਹੋ ਜਾਂਦੀ ਆ, ਕੋਈ ਇਮਰਜੈਂਸੀ ਸਿਚੁਏਸ਼ਨਸ ਪੈਦਾ ਹੋ ਜਾਂਦੀਆਂ, ਉਦੋਂ ਟਨਿਓਰ ਕਿਸੇ ਵੀ ਜਿਹੜੀ ਇਲੈਕਟਡ ਬੋਡੀ ਹੁੰਦੀ ਹੈ ਦਾ ਐਕਸਟੈਂਡ ਕੀਤਾ ਜਾਂਦਾ ਵਾ। ਚਾਹੀਦਾ ਤਾਂ ਇਹ ਸੀਗਾ ਇਸ ਕੇਸ ਦੇ ਵਿੱਚ, ਜੇ ਪੰਜਾਬ ਇਸ ਵਿਪਤਾ ਦੀ ਘੜੀ ਵਿੱਚ ਸੀਗਾ ਤੇ ਸਰਪੰਚ ਮੈਂਬਰ ਸਾਹਿਬਾਨ ਆਪਦੀਆਂ ਜਿਵੇਂ ਵੀ ਡਿਊਟੀਆਂ ਨਿਭਾ ਰਹੇ ਸੀਗੇ, ਉਹਨਾਂ ਦਾ ਟਨਿਓਰ ਐਜ਼ ਪਰ ਕਨਸਟੀਟਿਊਸ਼ਨ ਐਕਸਟੈਂਡ ਹੋ ਸਕਦਾ 6 ਮਹੀਨੇ ਤੱਕ ਕਰ ਦੇਣਾ ਚਾਹੀਦਾ ਸੀ। ਉਹ 6 ਮਹੀਨੇ ਐਕਸਟੈਂਡ, ਤੇ ਹਾਲਾਂਕਿ ਇਹਨਾਂ ਨੇ 6 ਮਹੀਨੇ ਜਿਹੜਾ ਪਹਿਲਾਂ ਤੋੜਨ ਵਾਲੀ ਗੱਲ ਸੀਗੀ, ਉਹਦੇ ਵਿੱਚ 2-3 ਗੱਲਾਂ ਹੈਗੀਆਂ ਵਾ ਵੀ ਇਹ ਇੱਕ ਤਾਂ ਪੋਲੀਟੀਕਲੀ ਆਪਦਾ ਸਕੋਰ ਫਿੱਟ ਕਰਨਾ ਚਾਹੁੰਦੇ ਸੀਗੇ, ਤੇ ਇੱਕ ਇਹ ਸੀਗਾ ਵੀ ਲੋਕਾਂ ਦਾ ਜਿਹੜਾ ਇਹਨਾਂ ਦੀ ਸਰਕਾਰ ਦੀ ਕਿਤੇ ਨਾ ਕਿਤੇ ਨਲਾਇਕੀ ਜਾਂ ਵੀਕਨੈਸ ਰਹੀ ਆ ਫਲੱਡਸ ਨੂੰ ਕੰਟਰੋਲ ਕਰਨ ਦੇ ਵਿੱਚ ਜਾਂ ਹੜ੍ਹਾਂ ਨੂੰ ਕੰਟਰੋਲ ਕਰਨ ਦੇ ਵਿੱਚ ਜਾਂ ਰਿਲੀਫ ਪਹੁੰਚਾਉਣ ਦੇ ਵਿੱਚ, ਵੀ ਉਸ ਭੰਬਲ ਭੂਸਾ ਜਿਵੇਂ ਆਪਾਂ ਪਹਿਲੀ ਵੀ ਡਿਬੇਟ ਤੇ ਕਵਰ ਕੀਤਾ ਸੀਗਾ ਵੀ ਉਹ ਹੜ੍ਹ ਕਿਵੇਂ ਆਏ ਕਿਵੇਂ ਨਹੀਂ, ਵੀ ਉਹ ਸਾਰੀਆਂ ਚੀਜ਼ਾਂ ਨਾਲੋਂ ਧਿਆਨ ਹਟਾ ਕੇ, ਵੀ ਕਿਉਂਕਿ ਹੜ੍ਹਾਂ ਦੀ ਮਾਰ ਜ਼ਿਆਦਾ ਪਿੰਡਾਂ ਦੇ ਵਿੱਚ ਹੈਗੀ ਆ, ਉਸ ਧਿਆਨ ਨੂੰ ਕਿਤੇ ਨਾ ਕਿਤੇ ਤੁਸੀਂ ਸਰਕਾਰ ਪੰਚਾਇਤੀ ਇਲੈਕਸ਼ਨਾਂ ਵੱਲੀ ਲਗਾ ਦਿਓ, ਤੁਸੀਂ ਸਰਪੰਚਾਂ ਦੀਆਂ ਚੋਣਾਂ ਵੱਲੀ ਲਾ ਦਿਓ, ਤਾਂ ਜੋ ਸਰਕਾਰ ਦੀ ਫੇਲੀਅਰ ਵੱਲੋਂ ਧਿਆਨ ਹਟ ਸਕੇ। ਪਰ ਮੈਨੂੰ ਲੱਗਦਾ ਨਾਲ ਦੀ ਨਾਲ ਇਸ ਵਾਰੀ ਪੰਜਾਬ ਗਵਰਨਮੈਂਟ ਨੂੰ ਇਹ ਵੀ ਪਤਾ ਲੱਗ ਗਿਆ ਹੋਊਗਾ ਵੀ ਇਹ ਡੈਮੋਕ੍ਰੇਸੀ ਦੇ ਵਿੱਚ ਸਾਡੇ ਕਨਸਟੀਟਿਊਸ਼ਨ ਮੁਤਾਬਕ ਇੱਕ ਜੁਡੀਸ਼ਰੀ ਵੀ ਬਰਾਬਰ ਦਾ ਪਿਲਰ ਹੈਗਾ ਵਾ, ਜਿਹੜਾ ਕਿਤੇ ਨਾ ਕਿਤੇ ਵਾਇਓਲੇਸ਼ਨ ਹੁੰਦੀ ਹੈ ਕਨਸਟੀਟਿਊਸ਼ਨ ਦੀ, ਤਾਂ ਉਸ ਨੂੰ ਪ੍ਰੋਟੈਕਟ ਕਰਨ ਲਈ ਉਹ ਹਮੇਸ਼ਾ ਤਤਪਰ ਰਹਿੰਦਾ ਵਾ, ਜਿਵੇਂ ਹਾਈ ਕੋਰਟ ਸਾਹਿਬਾਨ ਨੇ ਇਹ ਚੀਜ਼ ਕਰਕੇ ਦਿਖਾਈ। ਡਾਕਟਰ ਸਾਹਿਬ ਉਧਰ ਪਟਵਾਰੀ ਵੀ ਕਹਿੰਦੇ ਕਿ ਐਸਮਾ ਦੇ ਖਿਲਾਫ ਕਹਿੰਦੇ ਅਸੀਂ ਹਾਈ ਕੋਰਟ ਜਾਵਾਂਗੇ, ਨਾਲੇ ਉਹਨਾਂ ਨੇ 3000 ਸਰਕਲ ਦੇ ਵਿੱਚ ਪੈਨ ਡਾਊਨ ਸਟ੍ਰਾਈਕ ਕਰ ਦਿੱਤੀ ਹੈ। ਮੈਂ ਤੁਹਾਨੂੰ ਦੱਸਦਾ ਵੀ ਇਹ 3000 ਸਰਕਲ ਕਿਹੜੇ ਨੇ। ਉਹ ਕਹਿੰਦੇ ਇੱਕ ਪਟਵਾਰੀ ਹੈ, ਉਹਨੂੰ 7-7 ਸਰਕਲ ਦਿੱਤੇ ਹੋਏ ਨੇ। ਕਹਿੰਦੇ ਹੁਣ ਪਟਵਾਰੀ ਆਪਦੇ ਸਰਕਲ ਦਾ ਹੀ ਕੰਮ ਕਰੂ, ਜਿਹੜਾ ਐਡੀਸ਼ਨਲ ਚਾਰਜ ਉਹਨੂੰ ਦਿੱਤਾ ਗਿਆ ਕਿ ਨਾਲ 6 ਸਰਕਲ ਹੋਰ ਸਾਂਭੇ, ਕਹਿੰਦੇ ਉੱਥੇ ਕੰਮ ਨਹੀਂ ਹੋਊਗਾ। ਹੁਣ ਜਿਹੜੇ ਤੁਸੀਂ ਨਵੀਆਂ ਭਰਤੀਆਂ ਕਰਨੀਆਂ ਕਹਿੰਦੇ ਕਰ ਲਓ ਉਹਨਾਂ ਨੂੰ। ਕਿਵੇਂ ਦੇਖਦੇ ਹੋ ਕਿ ਹੁਣ ਪਟਵਾਰੀ ਵੀ ਸਰਕਾਰ ਨਾਲ ਸਿੱਧੋ ਸਿੱਧੀ ਹੋ ਗਏ ਨੇ? ਬਿਲਕੁਲ, ਮੈਂ ਇਸ ਚੀਜ਼ ਨੂੰ ਦੇਖ ਰਿਹਾ ਸੀਗਾ ਜੀ। ਦੇਖੋ ਜਿਵੇਂ ਆਪਣੇ ਇੱਥੇ ਪੰਚਾਇਤ ਭਵਨ ਦੇ ਵਿੱਚ ਸ਼ਾਇਦ 35 ਸੈਕਟਰ ਵਿੱਚ ਜਦੋਂ ਰਿਕਰੂਟਮੈਂਟ ਲੈਟਰ ਦਿੱਤੇ ਆ, ਮਾਨ ਸਾਹਿਬ ਨੇ ਆਪਣੇ ਲਹਿਜੇ ਵਿੱਚ ਉਦੋਂ ਵੱਡੇ ਵੱਡੇ ਵਾਅਦੇ ਕੀਤੇ ਸੀਗੇ ਪਟਵਾਰੀ ਸਾਹਿਬਾਨ ਦੇ ਨਾਲ ਵੀ ਅਸੀਂ ਜ਼ਿਆਦਾ ਨਫਰੀ ਆ, ਜਿੰਨੀ ਵੀ ਲੋੜੀ ਦੀ ਹੈਗੀ ਆ ਪਟਵਾਰੀ ਸਾਹਿਬਾਨ ਨੂੰ ਅਸੀਂ ਰਿਕਰੂਟ ਕਰਾਂਗੇ, ਹੋਰ ਰਿਕਰੂਟ ਕਰਾਂਗੇ, ਅਸੀਂ ਉਹਨਾਂ ਨੂੰ ਬਣਦੇ ਮਾਣ ਭੱਤੇ ਦੇ ਦਾਂਗੇ, ਪ੍ਰੋਬੇਸ਼ਨ ਪੀਰੀਅਡ ਘਟਾ ਦਾਂਗੇ। ਪਟਵਾਰੀਆਂ ਦਾ ਕਹਿਣਾ ਇਹ ਹੈਗਾ ਵੀ ਉਹ ਚੀਜ਼ਾਂ ਕਿਤੇ ਵੀ ਦਿਖਾਈ ਨਹੀਂ ਹੋਈਆਂ। ਹਾਲਾਂਕਿ ਸਾਡਾ ਡਾਇਲੋਗ ਤਕਰੀਬਨ ਮਹੀਨੇ ਤੋਂ ਚੱਲ ਰਿਹਾ ਸੀਗਾ, ਪਰ ਉਸ ਪਾਸੇ ਨੂੰ ਮਾਨ ਸਰਕਾਰ ਨਹੀਂ ਸੀ ਵੱਧ ਰਹੀ, ਜਿਹੜੀ ਗੱਲ ਮੈਨੂੰ ਸਮਝ ਆਈ ਆ। ਬਾਕੀ ਉਹਨਾਂ ਦਾ ਇਹ ਵੀ ਕਹਿਣਾ ਵੀ ਪੰਜਾਬ ਦੇ ਵਿੱਚ ਤਕਰੀਬਨ 43-4400 ਆਪਣੇ ਪਟਵਾਰ ਸਰਕਲ ਹੈਗੇ ਆ। ਉਹਨਾਂ 43-4500 ਪਟਵਾਰ ਸਰਕਲਾਂ ਦੇ ਵਿੱਚ 3000 ਪਟਵਾਰ ਸਰਕਲ ਇਹੋ ਜਿਹੇ ਹੈਗੇ ਜਿੱਥੇ ਪਟਵਾਰੀਓ ਹੀ ਹੈ ਨਹੀਂਗਾ। ਮੈਨੂੰ ਲੱਗਦਾ ਇਸ ਸਥਿਤੀ ਦੇ ਵਿੱਚ ਸਰਕਾਰ ਨੂੰ ਸੌਰੀ ਟੂ ਸੇ ਮੂੰਹ ਦੀ ਖਾਣੀ ਪੈਣੀ ਆ, ਕਿਉਂਕਿ ਜੇ ਉਹ ਕਹਿੰਦੇ ਆ ਜੀ ਅਸੀਂ ਜਿਹੜਾ ਸਾਨੂੰ ਅਸਾਈਨਡ ਪਟਵਾਰ ਸਰਕਲ ਹੈਗਾ ਵਾ ਉਹਦੇ ਵਿੱਚ ਹੀ ਕੰਮ ਕਰਾਂਗੇ, ਅਸੀਂ ਹੋਰ ਕਿਤੇ ਨਹੀਂ ਕਰਾਂਗੇ, ਤੇ ਉੱਥੇ ਮੈਨੂੰ ਲੱਗਦਾ ਜਿਹੜਾ ਐਸੈਂਸ਼ੀਅਲ ਸਰਵਿਸ ਮੇਨਟੇਨੈਂਸ ਐਕਟ ਹੈਗਾ ਵਾ ਉਹ ਵੀ ਕਿਤੇ ਨਾ ਕਿਤੇ ਬੇਵੱਸ ਹੋ ਜਾਊਗਾ ਪਟਵਾਰੀਆਂ ਨੂੰ ਕੰਪੈਲ ਕਰਨ ਲਈ ਜਾਂ ਉਹਨਾਂ ਨੂੰ ਕੱਢਣ ਲਈ। ਕਿਉਂਕਿ ਕਲਮ ਛੋੜੋ ਹੜਤਾਲ ਦਾ ਅੱਜ ਦੀ ਤਰੀਕ ਦੇ ਵਿੱਚ ਮੈਸੇਜ ਆ ਵੀ ਉਹ ਉੱਥੇ ਕਲਮ ਛੱਡ ਰਹੇ ਆ ਜਿੱਥੇ ਉਹਨਾਂ ਨੂੰ ਐਡੀਸ਼ਨਲ ਚਾਰजेस ਜਾਂ ਐਕਸਟਰਾ ਡਿਊਟੀਆਂ ਮਿਲੀਆਂ ਹੋਈਆਂ ਸੀਗੀਆਂ, ਪਰ ਐਜ਼ ਪਰ देयर ਰਿਕਰੂਟਮੈਂਟ ਲੈਟਰ ਜਿਹਦੇ ਵਿੱਚ ਉਹ ਟਰਮ ਐਂਡ ਕੰਡੀਸ਼ਨਸ ਲਿਖੀਆਂ, ਉਸ ਹਿਸਾਬ ਦੇ ਨਾਲ ਉਹ ਆਪਦੇ ਸਰਕਲ ਦੇ ਵਿੱਚ ਬਖੂਬੀ ਕੰਮ ਕਰ ਰਹੇ ਆ।
ਮੈਨੂੰ ਲੱਗਦਾ ਸਰਕਾਰ ਲਈ ਚੁਣੌਤੀ ਹੈਗੀ ਆ, ਇੱਕ ਵੱਡੀ ਚੁਣੌਤੀ ਹੈਗੀ ਆ, ਕਿਉਂਕਿ ਇਹ ਸਮੇਂ ਇਹ 'ਚ ਵੀ ਕੋਈ ਦੋ ਰਹਿ ਨਹੀਂਗਾ। ਪੰਜਾਬ ਹੜ੍ਹਾਂ ਦੀ ਮਾਰ ਚੱਲ ਰਿਹਾ, ਤੁਹਾਡੀਆਂ ਗਿਰਦਾਵਰੀਆਂ ਵਗੈਰਾ ਚੱਲਦੀਆਂ ਵਾ, ਪਰ ਸਰਕਾਰ ਨੇ ਜਿਸ ਹਿਸਾਬ ਨਾਲ ਪਟਵਾਰੀਆਂ ਨਾਲ ਰੱਫੜ ਪਾ ਲਿਆ, ਤੇ ਉਹਨਾਂ ਦੀ ਇੱਕ ਗੱਲ ਦੇ ਵਿੱਚ ਮੈਨੂੰ ਵਜਨ ਲੱਗਦਾ ਵਾ ਵੀ ਅਸੀਂ ਉੱਥੇ ਹੀ ਜੌਬ ਕਰਾਂਗੇ ਜਿਹੜੇ ਸਾਨੂੰ ਅਸਾਈਨਡ ਸਰਕਲ ਹੈਗੇ ਆ, ਜਿਹੜੇ ਐਡੀਸ਼ਨਲ ਆ ਅਸੀਂ ਉਹ ਛੱਡ ਦਾਂਗੇ। ਉੱਥੇ ਸਰਕਾਰ ਨੂੰ ਵੀ ਜਸਟੀਫਾਈ ਕਰਨਾ ਔਖਾ ਹੋ ਜਾਣਾ, ਕਿਉਂਕਿ ਜੇ ਪਬਲਿਕ ਸਫਰ ਕਰਦੀ ਆ ਤਾਂ ਸਰਕਾਰ ਦੀ ਇਹ ਪ੍ਰਾਈਮ ਡਿਊਟੀ ਬਣ ਜਾਂਦੀ ਆ ਵੀ ਉਹ ਸਰਕਲਾਂ ਦੇ ਵਿੱਚ ਤੇ ਨਵੀਂ ਰਿਕਰੂਟਮੈਂਟ ਕਰੇ। ਮੈਨੂੰ ਲੱਗਦਾ ਅੱਜ ਦੀ ਤਰੀਕ ਵਿੱਚ ਪਟਵਾਰੀ ਵੀ ਇਹੀ ਚਾਹ ਰਹੇ ਆ ਬਈ ਤੁਸੀਂ ਉੱਥੇ ਰਿਕਰੂਟਮੈਂਟ ਕਰੋ, ਤੁਸੀਂ ਵਾਅਦਾ ਕੀਤਾ ਸੀਗਾ, ਸਾਨੂੰ ਤੁਸੀਂ ਪੇ ਘੱਟ ਲੈ ਰਹੇ ਹੋ, ਸਾਨੂੰ ਤੁਸੀਂ ਕਨਵਿੰਸ ਘੱਟ ਦੇ ਰਹੇ ਹੋ, ਤੇ ਉਹ ਸਾਤੋਂ ਕੰਮ ਤੁਸੀਂ ਕਈ ਗੁਣਾ ਲੈ ਰਹੇ ਹੋ, ਜਿਹਦੇ ਕਰਕੇ ਇਹ ਹਾਲਾਤ ਬਣੇ ਆ। ਤੇ ਬਾਕੀ ਉਹ ਨਾਲ ਉਹ ਵੀ ਸਬਮਿਟ ਕਰ ਰਹੇ, ਮੈਂ ਉਹਨਾਂ ਦੀ ਪ੍ਰੈਸ ਕਾਨਫਰੰਸ ਦੇਖ ਰਿਹਾ ਸੀਗਾ ਵੀ ਅਸੀਂ ਡਾਇਲੌਗ ਦੇ ਵਿੱਚ ਸੀਗੇ ਸਰਕਾਰ ਦੇ, ਪਰ ਸਰਕਾਰ ਉਸ ਚੀਜ਼ ਨੂੰ ਮੰਨ ਨਹੀਂ ਸੀ ਰਹੀ। ਹੁਣ ਪ੍ਰੋਬਲਮ ਕਿੱਥੇ ਆ? ਪ੍ਰੋਬਲਮ ਆਪਾਂ ਸਾਰਿਆਂ ਨੇ ਹੀ ਦੇਖਿਆ ਵਾ। ਮੈਨੂੰ ਲੱਗਦਾ ਵਾ ਪੰਜਾਬ ਦੇ ਵਿੱਚ ਤੋਰੇ ਫੇਰੇ ਵਾਲੀ ਸਰਕਾਰ ਜ਼ਿਆਦਾ ਰਹੀ ਆ, ਬਾਹਰ ਧਿਆਨ ਜ਼ਿਆਦਾ ਰਿਹਾ ਵਾ ਪੰਜਾਬ ਤੋਂ। ਜਿਹੜੀ ਐਡਵਰਟਾਈਜ਼ਮੈਂਟ ਲਾ ਲਓ ਜਾਂ ਫਜ਼ੂਲ ਦੇ ਖਰਚੇ ਲਾ ਲਓ, ਹਜੇ ਅਸੀਂ ਕਹਿੰਦੇ ਤਾਂ ਦੂਜਿਆਂ ਨੂੰ ਸੀਗੇ, ਉਹ ਸਾਥੋਂ ਜ਼ਿਆਦਾ ਹੋ ਗਿਆ। ਇਹਨੇ ਐਕਚੁਅਲ ਜੇ ਉਹ ਵਿਚਾਰੇ ਜੇ ਅੱਜ 160-70 ਰੁਪਏ ਦਿਹਾੜੀ ਦੀ ਗੱਲ ਕਰ ਰਹੇ ਆ, ਤੇ ਉਹ ਤਾਂ ਮਨਰੇਗਾ ਨਾਲੋਂ ਵੀ ਘੱਟ ਆ। ਜਿੰਨੇ 1000 ਕਰੋੜ ਅਸੀਂ ਬਾਹਰ ਫੂਕਤਾ, ਨਾਲ ਤਾਂ ਸਾਡਾ ਸਾਰਾ ਹੀ ਵਧੀਆ ਚੀਜ਼ ਚੱਲ ਪੈਣੀ ਸੀਗੀ। ਤੇ ਮੈਨੂੰ ਲੱਗਦਾ ਸਰਕਾਰ ਦੇ ਲਈ ਇੱਕ ਵੱਡੀ ਚੁਣੌਤੀ ਹੈਗੀ ਆ। ਹੁਣ ਉਹਨਾਂ ਦਾ ਸਮਾਂ ਦੇਖੂਗਾ ਵੀ ਸਰਕਾਰ ਕਿਸ ਰੋਸ ਬੈਠਦੀ ਆ। ਬਾਕੀ ਸੁਰਿੰਦਰ ਜੀ, ਇੱਕ ਬਹੁਤ ਹੀ ਵੱਡੀ ਗੱਲ ਆ ਵੀ ਗਵਰਨਮੈਂਟ EMPLOYE, ਉਹ ਵੀ ਪਟਵਾਰੀ, ਜਿਹੜਾ ਮੈਨੂੰ ਲੱਗਦਾ ਸਭ ਤੋਂ ਨੀਚਲਾ ਤੇ ਅਹਿਮ ਉਹਦੀਆਂ ਡਿਊਟੀਆਂ ਹੁੰਦੀਆਂ ਵਾ, ਪ੍ਰੈਸ ਕਾਨਫਰੰਸ ਕਰਕੇ ਸੀਐਮ ਨੂੰ ਡੇਅਰ ਕਰ ਦੇਵੇ। ਹਜੇ ਓਪੋਜੀਸ਼ਨ ਲੀਡਰ ਮੰਨਿਆ ਸੀਐਮ ਨੂੰ ਡੇਅਰ ਕਰੇ, ਹਜੇ ਕੋਈ ਪੋਲੀਟੀਕਲ ਪਾਰਟੀ ਤਾਂ ਸੀਐਮ ਨੂੰ ਡੇਅਰ ਕਰੇ, ਜਦੋਂ ਪਰ ਉਹਦਾ ਹੀ EMPLOYE ਉਹਨੂੰ ਡੇਅਰ ਕਰ ਦੇਵੇ, ਉਹ ਵੀ ਸਟਰੋਂਗ ਸਟੈਂਡ ਲੈ ਕੇ ਵੀ ਅਸੀਂ ਐਡੀਸ਼ਨਲ ਕੰਮ ਨਹੀਂ ਕਰਾਂਗੇ। ਮੈਨੂੰ ਲੱਗਦਾ ਸਰਕਾਰ ਦੇ ਲਈ ਇਦੋਂ ਬੇਇੱਜ਼ਤੀ ਵਾਲੀ ਜਾਂ ਬਦਕਿਸਮਤੀ ਵਾਲੀ ਗੱਲ ਹੈ ਨਹੀਂ ਗੀ, ਤੇ ਇਸ ਲਈ ਪ੍ਰੋਪਰ ਧਿਆਨ ਦੇਣਾ ਚਾਹੀਦਾ। ਪਰ ਡਾਕਟਰ ਸਾਹਿਬ, ਇੱਥੇ ਦੋ ਕਾਰਨ ਹੋ ਸਕਦੇ ਨੇ, ਤੁਸੀਂ ਉਹਨਾਂ ਤੇ ਜ਼ਰੂਰ ਰੋਸ਼ਨੀ ਪਾਣਾ ਕਿ ਇੱਕ ਪਾਸਾ ਕੀ ਇਹਨੂੰ ਸਰਕਾਰ ਦੀ ਇਨਕੰਪੀਟੈਂਸ ਕਿਹਾ ਜਾਏ, ਜਾਂ ਦੂਜੇ ਪਾਸੇ ਕਿ ਸਰਕਾਰ ਕੰਮ ਕਰਨਾ ਚਾਹੁੰਦੀ ਹੈ, ਸਰਕਾਰ ਚੂੜੀ ਕੱਸਣਾ ਚਾਹੁੰਦੀ ਹੈ, ਸਰਕਾਰ ਭ੍ਰਿਸ਼ਟਾਚਾਰ ਤੇ ਨੱਥ ਪਾਉਣਾ ਚਾਹੁੰਦੀ ਹੈ, ਪਰ ਸਿਸਟਮ ਰੈਜ਼ਿਸਟ ਕਰ ਰਿਹਾ ਹੈ ਕਿਉਂਕਿ ਉਹ ਬਲੈਕ ਸ਼ੀਪਸ ਬਹੁਤ ਨੇ, ਉਹਨਾਂ ਦੀ ਤਾਦਾਦ ਇੰਨੀ ਹੋ ਗਈ ਹੈ। ਉਹਨਾਂ ਨੂੰ ਇਹ ਸ਼ਾਇਦ ਲੱਗ ਰਿਹਾ ਕਿ ਅਗਰ ਵਾਕਈ ਸਰਕਾਰ ਇਸ ਰਾਹ ਤੇ ਤੁਰ ਪਈ, ਜੇ ਇੰਨੀ ਸਖਤ ਹੋ ਗਈ, ਤਾਂ ਜਿਨ੍ਹਾਂ ਨੇ ਅੱਜ ਤੱਕ ਤਨਖਾਹਾਂ ਨਹੀਂ ਕਢਾਈਆਂ ਉਹਨਾਂ ਦਾ ਗੁਜ਼ਾਰਾ ਤਨਖਾਹਾਂ ਤੇ ਕਿੱਥੋਂ ਹੋਣਾ ਹੁਣ? ਕਿਉਂਕਿ ਦੋ ਪਹਿਲੂ ਨੇ। ਅੱਜ ਜੇ ਕਿਸੇ ਭ੍ਰਿਸ਼ਟਾਚਾਰੀ ਨੂੰ ਫੜਿਆ ਜਾਂਦਾ ਹੈ ਤਾਂ ਫਿਰ ਉਹ ਯੂਨੀਅਨ ਬਣ ਕੇ ਇਕੱਠੀ ਹੁੰਦੀ ਹੈ, ਕਿਤੇ ਉਹ ਪਹਿਲੂ ਤਾਂ ਨਹੀਂ ਕਿ ਸਰਕਾਰ ਦੀ ਵਾਕਈ ਇਨਕੰਪੀਟੈਂਸੀ ਹੈ। ਕਿਉਂਕਿ ਇੱਧਰ ਅੱਜ ਪਟਵਾਰੀਆਂ ਦਾ ਵੀ ਇਹ ਰੋਲਾ, ਤੇ ਨਾਲ ਹੀ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ, ਕੋਈ ਵੱਡੀ ਗੱਲ ਨਹੀਂ ਕਿ ਜਿਹੜੇ ਸੀਨੀਅਰ ਆਲਾ ਅਧਿਕਾਰੀ ਨੇ IAS, ਉਹ ਵੀ ਸ਼ਾਇਦ ਲੌਬੀ ਖੜੀ ਹੋ ਸਕਦੀ ਹੈ। ਇਹਦੇ ਵਿੱਚ ਕੋਈ ਦੋ ਰਹਿ ਨਹੀਂਗਾ। ਸਿਸਟਮ ਦੇ ਵਿੱਚ ਕਰਪਸ਼ਨ ਕਾਫੀ ਹੱਦ ਤੱਕ ਪ੍ਰਵੇਲ ਕਰ ਚੁੱਕੀ ਆ। ਉਹਨੂੰ ਕਟੇਲ ਕਰਨ ਲਈ, ਉਹਨੂੰ ਨੱਥ ਪਾਉਣ ਲਈ ਇੱਕ ਵੱਡੇ ਐਕਸ਼ਨ ਦੀ ਲੋੜ ਹੈਗੀ ਆ। ਸਾਰੇ ਹੀ ਬੰਦੇ, ਸਾਰੇ ਹੀ ਪਟਵਾਰੀ ਜਾਂ ਸਾਰੇ ਹੀ ਆਫੀਸਰ ਸਾਹਿਬਾਨ ਉਹਦੇ ਵਿੱਚ ਨਹੀਂ ਇੰਡਲਜ ਹੈਗੇ, ਪਰ ਬਹੁਤਾਤ ਵਿੱਚ ਹੈਗੇ ਆ। ਅੱਜ ਇਹ ਵੀ ਇੱਕ ਕੁਐਸਚਨ ਪੈਦਾ ਹੁੰਦਾ ਵਾ ਵੀ ਇੱਕ ਘੱਟ ਸੈਲਰੀਆਂ ਹੋਣ ਦੇ ਬਾਵਜੂਦ ਉਹਨਾਂ ਦਾ ਤੁਸੀਂ ਲਾਈਫ ਸਟਾਈਲ ਦੇਖ ਲਓ, ਉਹਨਾਂ ਦੇ ਤੁਸੀਂ ਖਰਚੇ ਦੇਖ ਲਓ। ਜੇ ਮੈਨੂੰ ਲੱਗਦਾ ਇਸ ਕੰਮ ਤੇ ਹੀ ED ਬਿਠਾ ਦਿੱਤੀ ਜਾਵੇ ਵੀ ਉਹਨਾਂ ਦੇ ਖਰਚੇ ਵੱਧ ਸੀ, ਆਮਦਨ ਘੱਟ ਸੀ, ਤਾਂ ਮੈਨੂੰ ਲੱਗਦਾ ਬਹੁਤ ਵਿਰਲੇ ਆ ਜਿਹੜੇ ਗਿਣਵੇਂ ਚੁਣਵੇਂ ਆ ਉਹ ਉਸ ਲਪੇਟ ਵਿੱਚੋਂ ਬਚਣਗੇ। ਸਾਰੇ ਹੀ ਇੱਕ ਹਿਸਾਬ ਨਾਲ ਅੰਦਰ ਜਾਣ ਵਾਲੀ ਗੱਲ ਹੋਈ ਆ। ਪਰ ਪਟਵਾਰੀਆਂ ਦਾ ਮੈਨੂੰ ਇੱਕੋ ਇੱਕ ਸੋਲਿਡ ਪੁਆਇੰਟ ਲੱਗਦਾ, ਜਾਂ ਜਿਹੜੀ ਇਹਨਾਂ ਦੇ ਰੈਵਨਿਊ ਯੂਨੀਅਨਸ ਦਾ, ਉਹ ਕਹਿੰਦੇ ਜਿਹੜੇ ਸਾਨੂੰ ਅਸਾਈਨਡ ਸਰਕਲ ਕੀਤੇ ਹੋਏ ਆ ਵੀ ਅਸੀਂ ਕੰਮ ਹੀ ਉਹਨਾਂ ਦੇ ਕਰਾਂਗੇ, ਵੀ ਅਸੀਂ ਐਕਸਟਰਾ ਕੰਮ ਨਹੀਂ ਕਰਾਂਗੇ। ਬਾਕੀ ਜਿੱਥੋਂ ਤੱਕ ਕਰਪਸ਼ਨ ਨੂੰ ਕਟੇਲ ਕਰਨ ਦੀ ਗੱਲ ਹੈਗੀ ਆ, ਉਹ ਇਸ ਤਰ੍ਹਾਂ ਦੇ ਨਾਲ ਕਟੇਲ ਨਹੀਂ ਜੇ ਹੋਣੀ। ਕਰਪਸ਼ਨ ਕਟੇਲ ਕਰਨ ਲਈ ਤਾਂ ਤੁਹਾਨੂੰ ਤੁਸੀਂ ਵੱਡੇ ਜਿਹੜੇ, ਮੈਂ ਸੌਰੀ ਟੂ ਸੇ, ਅੱਜ ਜੇ ਮੈਂ ਪਹਿਲਾਂ ਵੀ ਬੋਲਦੇ ਨੇ ਇੱਕ ਥਾਂ ਤੇ ਕਿਹਾ ਵਾ, ਜੇ ਭਾਰਤ ਭੂਸ਼ਣ ਆਸ਼ੂ ਬਣਿਆ ਵਾ ਜਾਂ ਸਾਧੂ ਸਿੰਘ ਧਰਮਸੋਤ ਬਣਿਆ ਜਾਂ ਹੋਰ ਵੱਡੇ ਮਿਨਿਸਟਰ ਕਰਪਸ਼ਨ ਦੇ ਵਿੱਚ ਪਾਏ ਗਏ ਆ, ਉਹਦੇ ਵਿੱਚ ਕਿਤੇ ਨਾ ਕਿਤੇ ਜੇ ਅੱਜ ਬੀਬੀ ਮਾਣੂਕੇ ਵਾਲੀ ਤੁਸੀਂ ਲਾ ਲਓ, ਜੇ ਕੋਠੀ ਦੇ ਉੱਤੇ ਕਬਜ਼ੇ ਦੀ ਗੱਲ ਚੱਲਦੀ ਆ, ਕਿਤੇ ਨਾ ਕਿਤੇ ਇਹ ਪਟਵਾਰੀ ਸਾਹਿਬਾਨ ਜਾਂ ਰੈਵਨਿਊ ਆਫੀਸਰ, ਉਹਨਾਂ ਦੇ ਨਾਲ ਪੋਲੀਟੀਕਲ ਇੱਕ ਨੈਕਸਸ ਹੈਗਾ ਵਾ। ਜੇ ਮਾਨ ਸਾਹਿਬ ਦੀ ਨੀਅਤ ਸੱਚੀ ਹੈਗੀ, ਵਾਕਈ ਤੋੜਨੇ ਚਾਹੁੰਦੇ ਆ, ਤਾਂ ਆਪਦੀ ਏਜੰਸੀਜ਼ ਹੈਗੀਆਂ ਵਾ। ਉਹਨਾਂ ਨੇ ਪਿੱਛੇ ਜੇ ਕਾਲ ਵੀ ਤਾਂ ਉਹ ਇੱਕ ਨੰਬਰ ਵੀ ਤਾਂ ਇਸ਼ੂ ਕਰ ਦਿੱਤਾ ਸੀਗਾ, ਉਹਨਾਂ ਕੋਲੇ ਤਾਂ ਕਾਫੀ ਕੰਪਲੇਂਟਾਂ ਹੈਗੀਆਂ ਵਾ। ਯੋਜਨਾਬੱਧ ਤਰੀਕੇ ਦੇ ਨਾਲ ਵਿਜੀਲੈਂਸ ਤੋਂ ਕੰਮ ਲੈਣ। ਪਰ ਜੇ ਤੁਸੀਂ ਪਬਲਿਕਲੀ ਸਰਕਾਰ ਐਡਵਰਟਾਈਜ਼ਮੈਂਟ ਤੇ ਆ ਜਾਵੇ ਵੀ ਅਸੀਂ ਆਹ ਕਰ ਰਹੇ ਹਾਂ, ਉਹ ਕਰ ਰਹੇ ਹਾਂ, ਅਸਲ 'ਚ ਕਰੇ ਹੀ ਕੁਛ ਨਾ, ਤੇ ਉਹ EMPLOYE ਵੱਧ ਹਿਊਮਿਲੇਟ ਹੋਣ, ਖਾਸ ਕਰਕੇ ਉਹ EMPLOYE ਜਿਹੜਾ ਇੱਕ ਇਮਾਨਦਾਰ EMPLOYE ਹੈਗਾ,
ਤੇ ਮੈਨੂੰ ਲੱਗਦਾ ਇਹੋ ਜਿਹੀਆਂ ਸਥਿਤੀਆਂ ਪੈਦਾ ਹੋਣੀਆਂ ਜ਼ਰੂਰੀ ਬਣ ਜਾਂਦੀਆਂ ਵਾ। ਤੇ ਬਾਕੀ ਉਹਨਾਂ ਦੀ ਵੀ ਡਿਮਾਂਡ ਜਾਇਜ਼ ਜੀ ਹੈਗੀ ਆ ਵੀ ਅਸੀਂ ਤਾਂ ਆਪਦੀ ਅਸਾਈਨ ਤੇ ਕੰਮ ਕਰਾਂਗੇ, ਕਲਮ ਤਾਂ ਅਸੀਂ ਉੱਥੇ ਛੱਡਾਂਗੇ ਜਿੱਥੇ ਵਾਧੂ ਚਾਰਜ ਦਿੱਤਾ ਵਾ। ਕਰਪਸ਼ਨ ਖਤਮ ਹੋਣੀ ਚਾਹੀਦੀ ਹੈ, ਸਰਕਾਰ ਨੂੰ ਸਟ੍ਰਿਕਟ ਐਕਸ਼ਨ ਲੈਣੇ ਚਾਹੀਦੇ ਆ। ਕਿਸੇ ਨੂੰ ਵੀ EMPLOYEES ਨੂੰ ਗਲਤ ਬੰਦੇ ਦਾ ਸਾਥ ਨਹੀਂ ਦੇਣਾ ਚਾਹੀਦਾ। ਸਰਕਾਰ ਨੂੰ ਇਹ ਵੀ ਮੈਂਡੇਟਰੀ ਕਰ ਦੇਣਾ ਚਾਹੀਦਾ ਵਾ ਵੀ ਜੇ ਸਰਕਾਰੀ ਜਿਹੜੇ EMPLOYEES ਹੈਗੇ ਆ ਉਹਨਾਂ ਦੀਆਂ ਦੇਖੇ ਤਨਖਾਹਾਂ ਘੱਟ ਨੇ, ਉਹਨਾਂ ਦੇ ਖਰਚੇ ਜ਼ਿਆਦਾ ਨੇ, ਇਸ ਚੀਜ਼ ਤੇ ਵੀ ਧਿਆਨ ਦਿੱਤਾ ਜਾ ਸਕਦਾ ਵਾ। ਸਾਰੀਆਂ ਗੱਲਾਂ ਦੇਖਣ ਵਾਲੀਆਂ ਹੈਗੀਆਂ ਵਾ, ਪਰ ਐਟ ਦੀ ਐਂਡ ਪਬਲਿਕ ਸਫਰ ਨਹੀਂ ਹੋਣੀ ਚਾਹੀਦੀ। ਪਰ ਇਸ ਕੇਸ ਦੇ ਵਿੱਚ ਜੇ ਪਬਲਿਕ ਸਫਰ ਹੁੰਦੀ ਆ ਤਾਂ ਮੈਨੂੰ ਲੱਗਦਾ ਪਟਵਾਰੀਆਂ ਦਾ ਤਾਂ ਕਹਿਣ ਇਹੀ ਹੋਊਗਾ ਵੀ ਅਸੀਂ ਅਸਾਈਨਡ ਸਰਕਲ ਤੇ ਡਿਊਟੀ ਕਰ ਰਹੇ ਹਾਂ। ਦੂਜੀ ਤਾਂ ਗਵਰਨਮੈਂਟ ਦੀ ਗੱਲ ਹੈਗੀ ਆ, ਉਹ ਜੇ 750-800 ਕਰੋੜ ਰੁਪਈਆ ਜਹਾਜ਼ਾਂ ਦੇ ਖਰਚ ਸਕਦੀ ਆ ਤਾਂ ਨਵੀਂ ਰਿਕਰੂਟਮੈਂਟ ਕਰ ਲਵੇ ਉਹਨਾਂ ਸਰਕਲਾਂ ਦੇ ਉੱਤੇ। ਤੇ ਮੈਨੂੰ ਲੱਗਦਾ ਗਵਰਨਮੈਂਟ ਲਈ ਵੱਡੀ ਚੁਣੌਤੀ ਹੈਗੀ ਹੈ। ਬਿਲਕੁਲ ਡਾਕਟਰ ਸਾਹਿਬ, ਤੁਸੀਂ ਮੇਰੇ ਨਾਲ ਜੁੜੇ ਤੇ ਆਪਦੀ ਬੇਬਾਕ ਰਾਏ ਰੱਖੀ, ਬਹੁਤ ਬਹੁਤ ਧੰਨਵਾਦ ਆਪਦਾ ਸਮਾਂ ਦੇਣ ਲਈ। ਸਤਿ ਸ਼੍ਰੀ ਅਕਾਲ। ਇਹ ਸੀ ਡਾਕਟਰ ਬੂਟਾ ਸਿੰਘ ਬੈਰਾਗੀ ਤੇ ਇਹ ਸੀ ਉਹਨਾਂ ਦਾ ਨਜ਼ਰੀਆ। ਖੈਰ, ਕੱਲ ਫਿਰ ਮਿਲਾਂਗੇ ਕਿਸੇ ਹੋਰ ਖਬਰ ਤੇ ਨਜ਼ਰ ਲੈ ਕੇ ਨਜ਼ਰੀਆ ਪਿੰਡ ਦਾ ਵਿੱਚ। ਤਦ ਤੱਕ ਦੋ ਮੈਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ।